company has 4 zones open and 4 salesmen available for assignments. The zone are equally rich in their sales potentials. It is estimated that the typical salesman operating in each zone would bring in the following annual sales. देखो जी सारे ध्यान ਨਾਲ ਵੀ ਜੇ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਚੀਜ਼ ਦਿੱਤੀ ਹੋਈ ਹੈ ਕਾਦੇ ਬਾਰੇ ਦੀ ਇਨਫੋਰਮੇਸ਼ਨ ਹੋ ਰਹੀ ਹੈ ਬਾਰ-ਬਾਰ ਸੇਲਸ ਬਾਰੇ ਕਾਦੇ ਬਾਰੇ ਸੇਲਸ ਬਾਰੇ ਬਾਰ-ਬਾਰ ਕੁਐਸਚਨ ਤੇ ਕਾਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਸੇਲਸ ਬਾਰੇ अब देखो बस सेल्स ਨੂੰ मिनिमाइज करना ਹੁੰਦਾ कि मैक्सिमाइज मैक्सिमाइज ਤਾਂ ਸਮ ਕਰ ਰਹੀ मैक्सिमाइज ਸਾਰਿਆਂ ਨੂੰ ਪਹਿਲੀ ਇੰਪੋਰਟੈਂਟ ਗੱਲ ਕਲੀਅਰ ਹੋਈ ਇਸ ਕੁਐਸਚਨ ਬਾਰੇ ਅੱਛਾ ਉਹ ਇੱਥੋਂ ਸ਼ੁਰੂ ਹੋ ਕੇ ਹਾਂ ਸਮਝ ਗਏ ਗੱਲ ਸਾਰਿਆਂ ਨੂੰ ਪਤਾ ਚੱਲ ਗਿਆ ਵੀ ਕਿਵੇਂ ਦੇਖਣਾ ਹੈ ਵੀ ਕੁਐਸਚਨ ਮੈਕਸਿਮਾਈਜੇਸ਼ਨ ਦਾ ਕਿ ਮਿਨੀਮਾਈਜੇਸ਼ਨ ਦਾ ਬੋਲੋ ਪਤਾ ਲੱਗ ਗਿਆ ਹਾਂ ਹੁਣ ਦੇਖੋ ਸਭ ਤੋਂ ਪਹਿਲਾਂ ਮੈਂ ਇੱਧਰ ਲਿਖ ਲੈਣਾ ਸੇਲਸਮੈਨ P Q R S इधर ਆਪਾਂ ਲਿਖ ਲੈਣੇ ਆ ਜ਼ੋਨਸ ਕਿਹੜੇ ਕਿਹੜੇ ਜ਼ੋਨਸ ਹੈ A B C and D ਠੀਕ ਹੈ ਚਾਰ ਸਾਡੇ ਕੋਲ ਜ਼ੋਨਸ ਹੈ ਜਿਹੜਾ ਆਪਣਾ ਜ਼ੋਨ ਹੈ ਇਹਦੇ ਵਿੱਚ ਟੋਟਲ ਸੇਲ ਕਿੰਨੀ ਲਿਖੀ ਹੈ 1,26,000 B ਜ਼ੋਨ 'ਚ ਸੇਲ ਕਿੰਨੀ ਹੈ 1,05,000 ਇਹਦੇ ਵਿੱਚ ਕਿੰਨੀ ਹੈ 84,000 ਇਹ 'ਚ ਕਿੰਨੀ ਹੈ 63,000 ਉਹਨਾਂ ਨੇ ਕੀ ਕਿਹਾ ਕਹਿੰਦੇ four salesmen are also considered to differ in ability salesman ਦੀ ability differ ਹੋ ਸਕਦੀ ਹੈ ਠੀਕ ਹੈ ਗੱਲ ਪਰ zones are equally potential it is estimated that under working under the same condition their yearly sales would be proportionately as follows ਉਹਨਾਂ ਦੀਆਂ ਜਿਹੜੀਆਂ yearly sale ਹੈ ਜਿਹੜੀ ਆ ਸੇਲ ਦਿੱਤੀ ਹੈ ਨਾ yearly sale ਹੈ that would be proportionated by PQRS ਨੇ ਕਿਸ ਰੇਸ਼ੋ ਦੇ ਵਿੱਚ ਇਹਨੂੰ ਵੰਡਿਆ ਸਮਝ ਗਏ ਗੱਲ ਉਹਦੀ ਆਪਾਂ ਗੱਲ ਕਰਦੇ ਹਾਂ ਦੇਖੋ 7 5 5 ਤੇ 4 7 5 5 ਤੇ 4 ਟੋਟਲ ਕਿੰਨਾ ਹੋ ਗਿਆ ਇਹ 21 ਟੋਟਲ ਕਿੰਨਾ ਹੋ ਗਿਆ ਇਹ 21 ਟੋਟਲ ਜਾਨੀ ਕਿ ਤੁਸੀਂ ਹੁਣ ਕੀ ਕਰਨਾ ਹੈ 1,26,000 ਨੂੰ 7 5 5 4 ਦੀ ਰੇਸ਼ੋ ਦੇ ਵਿੱਚ ਵੰਡ ਕੇ ਇੱਥੇ ਲਿਖਣਾ ਕਿਉਂਕਿ P ਦੀ Q ਦੀ R ਦੀ ਤੇ S ਦੀ ਰੇਸ਼ੋ ਕਿੰਨੀ ਹੈ 7 5 5 ਤੇ 4 ਇਹ ਹੈ ਨਾ ਤੁਸੀਂ ਇਸ ਰੇਸ਼ੋ ਚ ਵੰਡਣਾ ਹੈ ਧਿਆਨ ਨਾਲ ਦੇਖੋ 1,26,000 ਡਿਵਾਈਡ ਬਾਈ 21 1,26,000 ਡਿਵਾਈਡ ਬਾਈ ਟੋਟਲ ਠੀਕ ਹੈ ਗੱਲ 1,26,000 ਡਿਵਾਈਡ ਬਾਈ ਟੋਟਲ ਸਮਝ ਗਏ ਸਾਰੇ ਨੇ into कितना into कितना 7 into 7 क्यों क्योंकि P का हिस्सा कितना है 7 समझ गए आप सिमिलरली 1,26,000 डिवाइड बाय 21 गुना 5 1,26,000 डिवाइड बाय 21 गुना 5 1,26,000 डिवाइड बाय 21 गुना 4 सारे ਨੂੰ A ਦਾ ਕਲੀਅਰ ਹੋ ਗਿਆ B ਦਾ ਤੋਂ ਬੋਲੋ ਯਾਰ ਕੋਈ ਜਣਾ कितना होगा 10 ਲੱਖ 1,05,000 डिवाइड बाय 21 गुना 7 वेरी गुड अगला 1,05,000 डिवाइड बाय 21 गुना 5 पता चल गया सबनों ये ठीक है इस तरीके नाल ये मैट्रिक्स बन जाएगा अपना एक ਜਦੋਂ ਇਹ ਮੈਟ੍ਰਿਕਸ ਬਣ ਗਿਆ ਤਾਂ ਸਮ ਮੈਕਸਿਮਾਈਜੇਸ਼ਨ ਦਾ ਮੈਕਸਿਮਾਈਜੇਸ਼ਨ ਵਾਲੇ ਸਮ ਨੂੰ ਪਹਿਲਾਂ ਤੁਸੀਂ ਕਾਚ ਕਨਵਰਟ ਕਰਨਾ ਹੈ ਮਿਨੀਮਾਈਜੇਸ਼ਨ ਚ ਬੈਲੈਂਸਡ ਹੈ ਆਲਰੇਡੀ ਡੈਫੀਨਿਟਲੀ ਤਾਂ ਤੁਸੀਂ ਹੰਗੇਰੀਅਨ ਮੈਥਡ ਲਗਾ ਕੇ ਇਹਦਾ ਆਨਸਰ ਜਿਹੜਾ ਹੈਗਾ ਉਹ ਕੱਢ ਦੇਣਾ ਇਹ ਅਸਾਈਨਮੈਂਟ ਇਹਨੂੰ ਮਿਨੀਮਾਈਜੇਸ਼ਨ ਚ ਕਨਵਰਟ ਕਰ ਦਿਓ ਹਾਂ ਸਮਝ ਕੇ ਗੱਲ ਸਾਰਿਆਂ ਨੂੰ ਕਲੀਅਰ ਹੋ ਗਿਆ ਜੀ ਠੀਕ ਹੈ ਪਤਾ ਚੱਲ ਗਈ ਗੱਲ ਹਾਂਜੀ ਬੋਲੋ ਹੁਣ ਦੇਖੋ ਸਾਰਿਆਂ ਨੇ ਅਗਲਾ ਕੁਐਸਚਨ ਕਲਿਆਣੀ ਹੈਜ਼ 5 plants each of which can manufacture any one of the 5 products ਕੋਈ ਵੀ 5 ਪ੍ਰੋਡਕਟ ਬਣਾ ਸਕਦਾ ਹੈ ਜਿਹਦੀ ਸਾਨੂੰ ਸੇਲਸ ਦੇ ਕੋਸਟ ਦਿੱਤੀ ਹੋਈ ਹੈ ਨੀਚੇ ਧਿਆਨ ਨਾਲ ਮੈਟ੍ਰਿਕਸ ਵੱਲ ਦੇਖੋ ਇੱਕ ਤਾਂ ਸੇਲਸ ਦਿੱਤਾ ਹੈ
ਇੱਕ ਪ੍ਰੋਡਕਸ਼ਨ ਮੈਟ੍ਰਿਕਸ ਹੈ, ਪ੍ਰੋਡਕਸ਼ਨ ਕੋਸਟ ਮੈਟ੍ਰਿਕਸ ਹੈ, ਇੱਕ ਸੇਲ ਮੈਟ੍ਰਿਕਸ ਹੈ। ਕੱਢਣਾ ਕੀ ਹੈ, ਉਹ ਉੱਪਰ ਲਿਖਿਆ ਹੋਇਆ ਹੈ, ਕਹਿੰਦੇ obtain which product each plant should produce to maximize the profit। क्वेश्चन ਕਾਹਦਾ ਹੈ, प्रॉफिट ਦਾ, मैक्सिमाइज प्रॉफिट लिखा ना, प्रॉफिट ਨੂੰ मैक्सिमाइज करना है। ਹੁਣ ਦੇਖੋ ਇੱਕ ਗੱਲ ਨਾ, ਕਈ ਬੱਚੇ ਕਨਫਿਊਜ਼ ਹੋ ਜਾਂਦੇ ਆ, ਸੇਲਸ ਵੀ ਦੇਤੀਆਂ ਜੀ, ਕੋਸਟ ਵੀ ਦੇਤੀਆਂ, ਸੇਲਸ ਨੂੰ ਮੈਕਸਿਮਾਈਜ਼ ਕਰੀਏ ਕਿ ਕੋਸਟ ਨੂੰ ਮਿਨੀਮਾਈਜ਼ ਕਰੀਏ, ਸਾਮੀ ਸੇਲਸ ਤੇ ਪ੍ਰੋਫਿਟ ਦਾ ਤਾਂ ਹੈ, ਸੇਲ ਤੇ ਕੋਸਟ ਦਾ ਤਾਂ ਨਹੀਂ ਹੈ, ਕਾਹਦਾ ਸਮਝ, ਪ੍ਰੋਫਿਟ ਦਾ। ਪ੍ਰੋਫਿਟ ਕਿਵੇਂ ਨਿਕਲਦਾ ਹੁੰਦਾ ਹੈ, ਇੱਕ ਮਿੰਟ ਬੋਲਣਾ ਨਹੀਂ ਕਿਸੇ ਨੇ, ਬੋਲਣਾ ਨਹੀਂ ਕਿਸੇ, ਆਪਦੇ ਮੈਂ ਦੱਸਾਂ ਪ੍ਰੋਫਿਟ ਕਿਵੇਂ ਨਿਕਲਦਾ ਹੁੰਦਾ। सेल माइनस प्रोडक्शन सेल प्राइस माइनस ਕੋਸਟ ਪ੍ਰਾਈਸ, ਠੀਕ ਹੈ। ਤਾਂ ਹੁਣ ਤੁਸੀਂ ਇੱਕ ਗੱਲ ਦੇਖੋ ਧਿਆਨ ਨਾਲ ਸਾਰੇ ਜਾਣੇ, ਦੋ ਮੈਟ੍ਰਿਕਸ ਦਿੱਤੇ, ਇੱਕ ਸੇਲ ਰੈਵਨਿਊ, ਇੱਕ ਕੋਸਟ ਵਾਲਾ। ਸੋਨੂੰ ਪਿਛਲੇ ਸਾਲ ਜਦੋਂ ਸਟੈਟਿਸ ਆਪਣਾ ਮੈਥਮੈਟਿਕਸ ਆਇਆ ਸੀ, ਉਹ 'ਚ ਮੈਟ੍ਰਿਕਸ ਵਾਲਾ ਚੈਪਟਰ ਸੀ ਹਨਾ, ਉਹਦੇ ਵਿੱਚ ਤੁਹਾਨੂੰ ਕੀ ਕਿਹਾ ਸੀ, ਜਿਹੜਾ 1 ਵਾਲਾ ਉਹ ਇਹਦੇ ਵਿੱਚੋਂ ਘਟੂਗਾ, 2 ਵਾਲਾ ਇਹਦੇ ਵਿੱਚੋਂ ਘਟੂਗਾ, ਆਪਦੇ ਹਾਂਜੀ ਕੋਰਸਪੋਂਡਿੰਗ ਐਲੀਮੈਂਟ ਘਟੇਗਾ। ਗੱਲ ਸਮਝ ਗਏ। ਹੁਣ ਸੇਲ ਚੋਂ ਕੀ ਘਟਾਓਗੇ ਤੁਸੀਂ, ਕੋਸਟ, ਕੀ ਆ ਜਾਊਗਾ, ਪ੍ਰੋਫਿਟ। ਸਮਝ ਗਏ ਗੱਲ, ਸੇਲ ਦੇ ਵਿੱਚੋਂ ਕੋਸਟ ਘਟਾ ਕੇ ਕੀ ਕਿਹੜਾ ਮੈਟ੍ਰਿਕਸ ਬਣ ਜਾਊਗਾ, ਪ੍ਰੋਫਿਟ ਮੈਟ੍ਰਿਕਸ। ਪ੍ਰੋਫਿਟ ਮੈਟ੍ਰਿਕਸ ਨੂੰ ਕਾਹ 'ਚ ਕਨਵਰਟ ਕਰ ਦੋਗੇ ਤੁਸੀਂ, ਲਾਸ ਮੈਟ੍ਰਿਕਸ 'ਚ, ਔਰ ਆਨਸਰ ਨਿਕਲ ਜਾਏਗਾ। ਸਾਰੇ ਦਾ ਗੱਲ ਸਮਝ ਗਏ। ਮਿਨੀਮਾਈਜ਼ੇਸ਼ਨ ਕਰਦੀ ਹੈ, हाँ मिनिमाइजेशन करना है, पता चल गया सब नू, ठीक है जी। कोस्ट सैलिंग प्राइस चो की घटा देना है, कोस्ट, तो की आ जाऊगा प्रॉफिट मैट्रिक्स। दो दा मैट्रिक्स कितने बन जाएंगे, एक तो दोबारा उन्होंने लॉस मैट्रिक्स च कन्वर्ट करके वही बड़ा चूज करके घटा देना। समझ गए सारे, ठीक है। उस तो बाद नेक्स्ट 21 नंबर क्वेश्चन ਉਹਦੇ ਨਾਲ ਹੀ ਰਿਲੇਟਡ ਹੈ, सेम ही है, उम्मीद ही करना है, प्रॉफिट मैक्सिमाइज करना है। दो चीज़ें दी हैं, सेल्स रेवेन्यू एंड प्रोडक्शन कॉस्ट। पता चल गया सबनों, 3 क्वेश्चंस क्लियर हो गए अपने, 3 एडवांस क्वेश्चन क्लियर हो गए। पेपर दे विच टिक कर लो, तीजा भी आईयां, पेपर दे विच 19 नंबर इलस्ट्रेशन बहुत बारी आई है, दूजा ते तीजा आईयां सेम। ठीक है जी। उस तो बाद एग्जांपल नंबर 26 अगला सम, एग्जांपल नंबर 26 अगला सम देखो, ठीक है जी। ਆਪਾਂ ਇਹ ਚਾਰ ਹੀ ਸਮ ਕਰਾਂਗੇ ਅੱਜ, ਤੁਸੀਂ ਇਹਨਾਂ ਚਾਰਾਂ ਦੇ ਆਨਸਰਸ ਮੈਚ ਕਰਨੇ ਗੱਲ, ਠੀਕ ਹੈ। ਉਸ ਤੋਂ ਬਾਅਦ ਆਪਾਂ ਨਵਾਂ ਚੈਪਟਰ ਸ਼ੁਰੂ ਕਰਦੇ ਹਾਂ, ਰਿਪਲੇਸਮੈਂਟ ਥਿਉਰੀ। ਦੇਖੋ ਕਹਿੰਦੇ ਕਸਟਮਰ ਦਿੱਤੇ ਹੋਏ ਨੇ ਆਪਣੇ ਕੋਲ, ਕਸਟਮਰਸ C1 C2 C3, ਇਧਰਲੀ ਸਾਈਡ ਸਾਨੂੰ ਦਿੱਤੇ ਸੇਲਸਮੈਨ S1 S2 S3 S4। ਹੁਣ ਇਹਦਾ ਸਭ ਨੂੰ ਦਿਖੀ ਜਾਂਦਾ ਹੈ ਵੀ ਇਹ ਤਾਂ ਅਨਬੈਲੈਂਸ ਦਾ ਸਮ ਹੈ, ਠੀਕ ਹੈ। ਪਹਿਲਾਂ ਸਾਨੂੰ ਇਹ ਵੀ ਦੇਖਣਾ ਪਊ ਕਿ ਦਿੱਤਾ ਕੀ ਹੋਇਆ ਮੈਟ੍ਰਿਕਸ ਦੇ ਵਿੱਚ। ਧਿਆਨ ਨਾਲ ਸਟੇਟਮੈਂਟ ਪੜ੍ਹਦੇ ਹਾਂ। ਕਹਿੰਦੇ ਫਰਮ ਮਾਰਕੀਟਿੰਗ ਅ ਪ੍ਰੋਡਕਟ ਹੈਜ਼ 4 ਸੇਲਸਮੈਨ S1 S2 S3 and S4 and there are 3 customers to when a sale of each unit to be made, sale of each unit to be made। ਕਹਿੰਦੇ chances of making a sale to the customer depend on the sales customer support services। डाटा depicts the probability, ਜਿਹੜਾ ਨੀਚੇ ਦਿੱਤਾ ਹੋਇਆ ਡਾਟਾ ਹੈ ਨਾ, ਇਹ probability ਦਾ ਡਾਟਾ ਹੈ, ਠੀਕ ਹੈ ਨਾ, ਕਿਸ ਚੀਜ਼ ਦੀ, which each of the salesman can sell, ਵੇਚ ਸਕਦਾ ਹੈ। ਇਹਦਾ ਮਤਲਬ ਸੈਲਿੰਗ ਦਾ ਡਾਟਾ ਗਿਵਨ ਹੈ ਸਾਡੇ ਕੋਲ, ਸੈਲਿੰਗ ਦਾ ਮਤਲਬ ਸੇਲਸ ਡਾਟਾ, ਸਮ ਕਾਹਦਾ ਹੋ ਗਿਆ, ਮੈਕਸਿਮਾਈਜੇਸ਼ਨ। ਸਾਰਿਆਂ ਨੂੰ ਕਲੀਅਰ ਹੋ ਗਿਆ ਜੀ। ਹੁਣ ਜਿਹੜਾ ਸਾਨੂੰ 0.5 ਦਿੱਤਾ ਹੈ, 0.8 ਦਿੱਤਾ ਹੈ, ਇਹ ਪ੍ਰੋਬੇਬਿਲਿਟੀ ਦਿੱਤੀ ਹੈ ਵੇਚਣ ਦੀ, ਸਮਝ ਗਏ। ਤਾਂ ਨੀਚੇ ਆਪਣੇ ਕੋਲ ਲਿਖਤਾ ਉਹਨਾਂ ਨੇ, ਕਹਿੰਦੇ ਇਫ ਓਨਲੀ 1 ਸੇਲਸਮੈਨ ਇਜ਼ ਟੂ ਬੀ ਅਸਾਈਨਡ ਟੂ ਈਚ ਆਫ ਦਾ ਕਸਟਮਰ। ਇਹ ਤਾਂ ਸਾਨੂੰ ਪਤਾ ਹੀ ਹੈ ਵੀ ਇੱਕ ਸੇਲਸਮੈਨ ਇੱਕ ਕਸਟਮਰ ਨੂੰ ਵੇਚੂਗਾ, ਠੀਕ ਹੈ ਗੱਲ। ਦੈਟ ਕੰਬੀਨੇਸ਼ਨ ਆਫ ਸੇਲਸਮੈਨ ਐਂਡ ਕਸਟਮਰ ਵਿਚ ਸ਼ੈਲ ਬੀ ਆਪਟੀਮਲ। ਕਿਹੜਾ ਆਪਟੀਮਲ ਸਟਰਕਚਰ ਹੋਊਗਾ ਉਹ ਤਾਂ ਤੁਸੀਂ ਅਸਾਈਨਮੈਂਟ ਕਰਕੇ ਪਤਾ ਚੱਲ ਜਾਏਗਾ ਸਾਨੂੰ ਵੀ ਆਪਟੀਮਮ ਸਟਰਕਚਰ ਕਿਹੜਾ ਹੋਊਗਾ, ਕਿਹੜਾ ਕਿਹਨੂੰ ਅਸਾਈਨ ਹੋਊਗਾ, ਉਹ ਤਾਂ ਤੁਸੀਂ ਜਦੋਂ ਸਮ ਸੋਲਵ ਕਰ ਲਿਆ ਪਤਾ ਚੱਲ ਜਾਏਗਾ ਨਾ। ਉਹ ਕਹਿੰਦੇ ਗਿਵਨ ਫਰਦਰ ਦੈਟ ਪ੍ਰੋਫਿਟ ਆਬਟੇਨਡ ਬਾਈ ਸੈਲਿੰਗ 1 ਯੂਨਿਟ ਆਫ C1 ਇਜ਼ 400। C1 ਨੂੰ 1 ਯੂਨਿਟ ਵੇਚ ਕੇ 400 ਦਾ ਪ੍ਰੋਫਿਟ ਹੁੰਦਾ ਹੈ, ਸਮਝ ਗਏ। C1 ਨੂੰ 1 ਯੂਨਿਟ ਵੇਚ ਕੇ 400 ਦਾ ਪ੍ਰੋਫਿਟ। ਜੇ ਤੁਸੀਂ ਕਹਿੰਦੇ C2 ਨੂੰ ਵੇਚੋਗੇ ਤਾਂ 260 ਦਾ ਹੁੰਦਾ ਹੈ, ਜੇ C3 ਨੂੰ ਵੇਚੋਗੇ ਤਾਂ 320 ਦਾ ਹੁੰਦਾ ਹੈ। ਹੁਣ ਸਾਨੂੰ ਪ੍ਰੋਬੇਬਿਲਿਟੀ ਦਿੱਤੀ ਵੀ ਹੈ, ਕਹਿੰਦਾ ਜੇ ਤੁਸੀਂ 1 ਯੂਨਿਟ
C1 ਨੇ S1 ਨੇ ਸੌਰੀ S1 ਨੇ C1 ਨੂੰ ਵੇਚਿਆ ਤਾਂ 0.5% ਪ੍ਰੋਫਿਟ ਹੋ ਜਾਂਦਾ ਹੈ। ਕਿੰਨਾ ਹੋ ਜਾਂਦਾ ਹੈ? ਇੱਕ ਚੀਜ਼ ਪਿੱਛੇ। ਹਾਂ ਕਿੰਨਾ ਹੋ ਜਾਂਦਾ ਹੈ? 0.5% ਪ੍ਰੋਫਿਟ ਹੋ ਜਾਂਦਾ ਹੈ। ਇਹਦਾ ਮਤਲਬ 400 ਦਾ ਕਿੰਨਾ ਹੁੰਦਾ 0.5? 200। ਗੱਲ ਸਮਝ ਗਏ? 400 ਦਾ 0.5 ਕਿੰਨਾ ਹੁੰਦਾ ਹੈ? 200। 400 ਦਾ ਹੀ 0.8 ਕਿੰਨਾ ਹੁੰਦਾ ਹੈ? 320। ਸਮਝ ਗਏ ਗੱਲ? ਉਸ ਤੋਂ 400 ਦਾ ਹੀ 0.5 ਕਿੰਨਾ ਹੁੰਦਾ ਹੈ? 200। 400 ਦਾ ਹੀ 0.3 ਕਿੰਨਾ ਹੁੰਦਾ ਹੈ? 120। ਹੁਣ ਜਿਵੇਂ ਸਿਮਿਲਰਲੀ 260 ਦਾ 0.6 ਕਿੰਨਾ ਹੁੰਦਾ ਹੈ? 26 ਗੁਣਾ 156। ਠੀਕ ਹੈ ਗੱਲ? ਉਸ ਤੋਂ ਬਾਅਦ ਕਿੰਨਾ ਆਉਂਦਾ ਹੈ? 26 ਗੁਣਾ 2 52। ਪਤਾ ਚੱਲ ਗਿਆ ਕਿਵੇਂ ਕਰ ਰਿਹਾ ਮੈਂ? 260 ਗੁਣਾ 0.20। ਠੀਕ ਹੈ ਗੱਲ? ਉਸ ਤੋਂ ਬਾਅਦ ਨੈਕਸਟ 0.6 156। ਉਸ ਤੋਂ ਬਾਅਦ ਨੈਕਸਟ 52 104। ਠੀਕ ਹੈ ਜੀ? ਨੈਕਸਟ ਹੈਗਾ ਜੀ 320। 320 0.9। 320 ਗੁਣਾ 0.9 ਕਿੰਨਾ ਆ ਗਿਆ ਇਹਦਾ? 288। ਠੀਕ ਹੈ? ਕਿੰਨਾ ਆ ਗਿਆ? 288। ਨੈਕਸਟ ਕਿੰਨਾ ਹੋਊਗਾ? 7 214 214। ਠੀਕ ਹੈ ਜੀ? ਉਸ ਤੋਂ ਬਾਅਦ ਨੈਕਸਟ ਆਊਗਾ 64। ਫਿਰ ਉਸ ਤੋਂ ਬਾਅਦ ਨੈਕਸਟ ਕਿੰਨਾ ਆਊਗਾ? 256। ਠੀਕ ਹੈ ਜੀ? ਸਾਰਿਆਂ ਨੂੰ ਹਰ ਚੀਜ਼ ਕਲੀਅਰ ਹੋਗੀ ਕਿਸ ਤਰ੍ਹਾਂ ਕੀਤਾ ਮੈंने? ਠੀਕ ਹੈ? ਬਸ ਜਸਟ ਇੱਕ ਪ੍ਰੋਬੇਬਿਲਿਟੀ ਨੂੰ ਉਹਦੀ ਐਕਸਪੈਕਟਡ ਪ੍ਰੋਫਿਟ ਦੇ ਨਾਲ ਸੀੜੀ ਨਹੀਂ ਲਾਵਾਂਗੇ ਡੰਮੀ। ਹੈ ਹਾਂ ਬਸ ਉਸ ਤੋਂ ਬਾਅਦ ਲਾਸਟ ਤੇ ਦੇਖੋ ਪਹਿਲਾਂ ਤਾਂ ਤੁਸੀਂ ਕੀ ਕਰੋਗੇ? ਇਹਦੇ ਵਿੱਚ ਇੱਕ CD ਐਡ ਕਰ ਦੋਗੇ 0 0 0 0। ਫਿਰ ਉਸ ਤੋਂ ਬਾਅਦ ਇਹ ਸਮ ਬੈਲੈਂਸ ਹੋ ਗਿਆ। ਬੈਲੈਂਸ ਕਰਨ ਤੋਂ ਬਾਅਦ ਇਸ ਸਮ ਨੂੰ ਤੁਸੀਂ ਕਾਹ 'ਚ ਕਨਵਰਟ ਕਰ ਦੋਗੇ? ਮਿਨੀਮਾਈਜੇਸ਼ਨ ਦੇ ਵਿੱਚ ਕਨਵਰਟ ਕਰ ਦੋਗੇ। ਸਾਰੇ ਦੇ ਸਾਰੇ ਮੈਟ੍ਰਿਕਸ ਚੋਂ ਮੈਕਸਿਮਮ ਵੈਲਿਊ ਸਿਲੈਕਟ ਕਰਕੇ ਉਹਦੇ ਵਿੱਚੋਂ ਸਾਰੇ ਐਲੀਮੈਂਟ ਜਿਹੜੇ ਘਟਾ ਦੋਗੇ ਲੌਸ ਮੈਟ੍ਰਿਕਸ ਬਣ ਜਾਏਗਾ। ਫਿਰ ਬੈਲੈਂਸ ਵੀ ਹੋ ਗਿਆ ਅਲਟੀਮੇਟਲੀ। ਫਿਰ ਉਸ ਤੋਂ ਬਾਅਦ ਐਜ਼ ਇਟ ਇਜ਼ ਜਿਵੇਂ ਇੰਟੀਰੀਅਰ ਮੈਥਡ ਤੁਸੀਂ ਲਗਾਇਆ ਸੀ ਸੋਲਵ। ਸਾਰਿਆਂ ਨੂੰ ਕਲੀਅਰ ਹੋ ਗਿਆ? ਇਹਦੇ ਨਾਲ ਤੁਸੀਂ 4 ਕੁਐਸਚਨਸ ਤੁਸੀਂ ਕੱਲ ਨੂੰ ਸੋਲਵ ਕਰਕੇ ਲੈ ਕੇ ਆਣੇ ਹੈ। ਠੀਕ ਹੈ? ਤਾਂ ਫॉर ਦਾ ਟਾਈਮ ਬਿੰਗ ਰਿਪਲੇਸਮੈਂਟ ਸ਼ੁਰੂ ਕਰ ਜਾਏਗਾ। ਠੀਕ ਹੈ? ਸਾਰਿਆਂ ਨੂੰ ਕਲੀਅਰ ਹੋ ਗਿਆ ਨਾ? ਇਹ ਧਿਆਨ ਨਾਲ ਇਹਨੂੰ ਸੋਲਵ ਕਰਨਾ। ਮੇਰੇ 에ਅਰ ਦੇ ਆਨਸਰ ਬਤਾ ਦਿੰਦੇ। ਹਾਂ ਕਰ ਦੋ।